ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। 1 ਸਾਲ ਹੋ ਗਿਆ ਛੋਟੇ ਮਾਸੂਮ ਨੰਨੇ ਵੀਰ ਨੂੰ ਸਾਥੋਂ ਵਿਛੜਿਆ। ਫਤਿਹ ਵੀਰ, ਨੰਨਾ ਜਿਹਾ ਫਤਿਹ ਵੀਰ, ਜਿਸ ਵਾਸਤੇ ਅਸੀਂ ਬਹੁਤ ਅਰਦਾਸਾਂ ਕੀਤੀਆਂ ਸੀ। 5 ਦਿਨ ਰਾਤ ਹਰ ਕਿਸੇ ਨੇ, ਦੇਸ਼ ਤੇ ਦੁਨੀਆ ਦੇ ਵਿੱਚ ਵਸਦੇ ਹਰ ਬੰਦੇ ਨੇ, ਕਿਸੇ ਵੀ ਜ਼ਾਤ ਮਜ਼ਹਬ ਦੇ ਨਾਲ ਜੁੜਿਆ ਹੋਵੇ, ਜਿਸ ਨੇ ਵੀ ਉਹ ਤਸਵੀਰ ਛੋਟੇ ਫਤਿਹ ਵੀਰ ਦੀ ਦੇਖੀ, ਹਰੇਕ ਦੀਆਂ ਅੱਖਾਂ ਦੇ ਵਿੱਚ ਅਥਰੂ ਸੀਗੇ ਕਿ ਵਾਹਿਗੁਰੂ ਫਤਿਹ ਵੀਰ ਨੂੰ ਠੀਕ ਠਾਕ ਬਾਹਰ ਕੱਢ ਲਿਆ ਜਾਵੇ। ਪਰ ਪ੍ਰਸ਼ਾਸਨਿਕ ਤੇ ਸਰਕਾਰੀ ਨਲਾਇਕੀ ਕਿ 109 ਘੰਟੇ ਦੀ ਕਰੜੀ ਮੁਸ਼ੱਕਤ ਕੀਤੀ, ਪਿੰਡ ਵਾਲਿਆਂ ਨੇ ਸਾਥ ਦਿੱਤਾ, ਪਰਿਵਾਰ ਦਿਨ ਰਾਤ ਇਕਲਾਤੇ ਖੜਾ ਰਿਹਾ, ਅਰਦਾਸਾਂ ਹੁੰਦੀਆਂ ਰਹੀਆਂ, ਕੋਸ਼ਿਸ਼ਾਂ ਜਾਰੀ ਰਹੀਆਂ। ਪਰ 11 ਤਰੀਕ ਨੂੰ 2019 11 ਜੂਨ ਨੂੰ ਸਵੇਰੇ 4:30 ਪੌਣੇ 5 ਵਜੇ ਫਤਿਹ ਵੀਰ ਨੂੰ ਬੋਰਵੈਲ ਚੋਂ ਕੱਢਿਆ ਗਿਆ, ਹਸਪਤਾਲ ਲਿਜਾਇਆ ਗਿਆ। ਖਬਰ ਆਈ ਕਿ ਉਹ ਸਾਡੇ ਦਰਮਿਆਨ ਦੁਨੀਆ 'ਚ ਨਹੀਂ ਰਿਹਾ। ਪੂਰਾ 1 ਸਾਲ ਹੋ ਗਿਆ। 1 ਸਾਲ ਦੇ ਵਿੱਚ ਕੀ ਕੁਝ ਬਦਲਿਆ? ਕੀ ਪੰਜਾਬ ਦੇ ਵਿੱਚ ਬੋਰਵੈਲਸ ਬੰਦ ਹੋ ਗਏ ਨੇ ਸਾਰੇ? ਕੀ ਪੰਜਾਬ ਦੇ ਵਿੱਚ ਜੋ ਖੁੱਲ੍ਹੇ ਛੱਡ ਦਿੱਤੇ ਜਾਂਦੇ ਬੋਰਵੈਲ ਨੇ ਉਹਨਾਂ ਦੇ ਉੱਤੇ ਸਰਕਾਰ ਨੇ ਕਾਰਵਾਈ ਕੀਤੀ? ਦਾਅਵੇ ਬਹੁਤ ਹੋਏ ਸੀ। ਅੱਜ ਫਤਿਹ ਵੀਰ ਨੂੰ ਯਾਦ ਕਰ ਰਹੇ ਹਾਂ। ਪਹਿਲੀ ਗੱਲ ਤਾਂ ਇੱਕ ਸ਼ਰਧਾਂਜਲੀ ਹੈ ਕਿ ਉਹ ਬੱਚਾ ਜਾਂਦਾ ਜਾਂਦਾ ਸਾਨੂੰ ਬਹੁਤ ਸਾਰੇ ਸਬਕ ਸਿਖਾ ਕੇ ਗਿਆ। 2 ਸਾਲ ਦਾ ਉਹ ਛੋਟਾ ਬੱਚਾ ਸਾਨੂੰ ਜਾਂਦਾ ਹੋਇਆ ਇਹ ਦੱਸ ਗਿਆ ਕਿ ਆਪਣੇ ਸਿਸਟਮ ਨੂੰ ਸੁਧਾਰੋ। ਕੀ ਅਸੀਂ ਇਹ ਸਿਸਟਮ ਨੂੰ ਸੁਧਾਰ ਸਕੇ ਹਾਂ? ਸਵਾਲ ਇਹ ਹੈ। ਲੋਕ ਸਾਡੇ ਨਾਲ ਫੋਨ ਲਾਈਨ ਤੇ ਜੁੜ ਸਕਦੇ ਨੇ, ਲੋਕ ਸਾਨੂੰ ਕਾਲ ਕਰ ਸਕਦੇ ਨੇ। ਅਸੀਂ ਨਾਲ ਦੀ ਨਾਲ ਤੁਹਾਨੂੰ ਉਹ ਤਸਵੀਰਾਂ ਵੀ ਥੋੜ੍ਹੀਆਂ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਪਰਿਵਾਰ ਵਾਸਤੇ ਦੁਬਾਰਾ ਇਹ ਸਭ ਕੁਝ ਸੁਣਨਾ, ਉਹ ਤਸਵੀਰਾਂ ਦੇਖਣੀਆਂ ਬੜਾ ਇਮੋਸ਼ਨਲ ਹੁੰਦਾ ਹੈ। ਕਾਲ ਜ਼ਰੂਰ ਆ ਰਹੀਆਂ ਥੱਲੇ, ਅਸੀਂ ਨੰਬਰ ਆਪਣਾ ਡਿਸਪਲੇ ਕਰ ਰਹੇ ਹਾਂ, ਸਾਨੂੰ ਫੋਨ ਕਾਲਸ ਆ ਰਹੀਆਂ। ਸਾਡਾ ਮਕਸਦ ਅੱਜ ਤੁਹਾਨੂੰ ਇਹ ਸਭ ਦਿਖਾਉਣ ਦਾ ਇਹ ਹੈ ਕਿ ਪਹਿਲੀ ਗੱਲ ਤਾਂ ਅਸੀਂ ਇਹ ਭੁੱਲੀਏ ਨਾ। ਇਹ ਨਾ ਹੋਵੇ ਕਿ ਸਿਰਫ ਉਦੋਂ ਫਤਿਹ ਵੀਰ ਦੀਆਂ 4 ਖਬਰਾਂ ਲੋਕਾਂ ਨੇ ਲਾਈਆਂ, ਸਭ ਨੇ ਲਾਈਆਂ, ਚੈਨਲਾਂ ਨੇ ਲਾਈਆਂ, ਬਹੁਤ ਚੈਨਲਸ ਸਾਡੇ ਸਮੇਤ, ਅਸੀਂ ਵੀ ਉੱਥੇ ਪਹੁੰਚੇ, 5 ਦਿਨ ਲਗਾਤਾਰ ਕਵਰੇਜ ਕੀਤੀ। ਤਾਂ ਇਹ ਯਾਦ ਰਵੇ ਕਿ ਅਸੀਂ ਉਸ ਬੱਚੇ ਨੂੰ ਭੁੱਲੀਏ ਨਾ, ਕਦੇ ਵੀ ਨਾ ਭੁੱਲੀਏ ਕਿ ਉਹ ਜਾਂਦਾ ਜਾਂਦਾ ਉਹ ਤਾਰਾ ਜਿਹੜਾ ਹੈ ਉਹ ਸਾਨੂੰ ਸਾਡੇ ਸਿਸਟਮ ਦੀਆਂ ਊਣਤਾਈਆਂ ਤੋਂ ਜਾਣੂ ਕਰਵਾ ਗਿਆ। ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਝਾਤ ਮਾਰੀਏ ਕਿ ਸਾਡੇ ਆਸੇ-ਪਾਸੇ ਆਲੇ ਦੁਆਲੇ ਕੋਈ ਬੋਰਵੈਲ ਖੁੱਲ੍ਹਾ ਤਾਂ ਨਹੀਂ ਹੈ, ਕੋਈ ਬੋਰਵੈਲ ਐਸਾ ਤਾਂ ਨਹੀਂ ਹੈ ਜਿਹਦੇ ਵਿੱਚ ਕੱਲ੍ਹ ਨੂੰ ਦੁਬਾਰਾ ਕੋਈ ਹਾਦਸਾ, ਕੋਈ ਨੁਕਸਾਨ ਹੋ ਸਕਦਾ ਹੈ, ਛੋਟਾ ਬੱਚਾ ਜਿਹੜਾ ਦੁਬਾਰਾ ਕੋਈ ਉਹਦੇ 'ਚ ਨਾ ਡਿੱਗ ਪਏ। ਇਸ ਕਰਕੇ ਪਹਿਲਾਂ ਤਸਵੀਰਾਂ, ਮੈਂ ਚਾਹੁੰਦਾ ਕਿ ਤਸਵੀਰਾਂ ਦਿਖਾਈਆਂ ਜਾਣ। ਉਹ ਤਸਵੀਰਾਂ ਅਸੀਂ ਦੇਖਦੇ ਹਾਂ, ਤੁਹਾਡੇ ਯਾਦ ਹੋਣੀਆਂ ਉਹ ਤਸਵੀਰਾਂ, ਔਰ ਉਹ ਤਸਵੀਰਾਂ ਇੱਕ ਵਾਰ ਫਿਰ ਅਸੀਂ ਦੇਖਦੇ ਹਾਂ। ਨਾਲ ਉਹ ਤਸਵੀਰਾਂ ਫਤਿਹ ਵੀਰ ਦੀਆਂ ਵੀ ਤੁਸੀਂ ਦੇਖ ਰਹੇ ਹੋ। ਔਰ ਫੋਨ ਕਾਲ ਤੁਸੀਂ ਸਾਨੂੰ ਕਰ ਸਕਦੇ ਹੋ। ਮੈਂ PCR ਨੂੰ ਕਹੂੰਗਾ ਕਿ ਨੰਬਰ ਸਾਡਾ ਡਿਸਪਲੇ ਕੀਤਾ ਜਾਵੇ ਜਿਸ ਦੇ ਉੱਤੇ ਲੋਕ ਸਾਨੂੰ ਫੋਨ ਕਰ ਸਕਦੇ ਨੇ। ਫੋਨ ਕਰਕੇ ਇਸ ਪੂਰੇ ਇਨਸੀਡੈਂਟ ਦੀ ਯਾਦ ਤਾਜ਼ਾ, ਫਤਿਹ ਵੀਰ ਨੂੰ ਸ਼ਰਧਾਂਜਲੀ, ਔਰ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਦੇ ਜਿਹੜੇ ਸਵਾਲ ਉੱਠੇ ਸੀਗੇ ਉਹਨਾਂ ਬਾਰੇ ਕੁਐਸਚਨ ਕਰ ਸਕਦੇ ਹਾਂ। ਆਪਣੀ ਆਵਾਜ਼ ਬੰਦ ਕਰ ਲਓ ਜੀ। ਤੁਸੀਂ ਡੇਲੀ ਪੋਸਟ ਤੇ ਲਾਈਵ ਹੋ ਇਸ ਵੇਲੇ, ਆਪਣੀ ਆਵਾਜ਼ ਤੁਸੀਂ ਬੰਦ ਕਰ ਲਓ ਕਾਈਂਡਲੀ। ਆਪਣੀ ਆਵਾਜ਼ ਬੰਦ ਕਰੋ ਜੀ ਪਹਿਲਾਂ ਤਾਂ, ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਡੇਲੀ ਪੋਸਟ ਤੇ। ਇਸ ਵੀਰ ਦੇ ਨਾਲ ਇਸ ਕਰਕੇ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਆਵਾਜ਼ ਇਹਨਾਂ ਨੇ ਬੰਦ ਨਹੀਂ ਕੀਤੀ, ਔਰ ਵਿੱਚ ਦੁਬਾਰਾ ਜਿਹੜੀ ਤੁਹਾਡੇ ਫੋਨ ਦੀ ਆਵਾਜ਼ ਹੈ ਤਾਂ ਕਿਰਪਾ ਕਰਕੇ ਉਸ ਨੂੰ ਬੰਦ ਰੱਖਿਆ ਜਾਵੇ। ਪੁਰਾਣੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪਿਛਲੇ ਸਾਲ ਦੀਆਂ ਇਹ ਤਸਵੀਰਾਂ ਨੇ ਜਦੋਂ ਫਤਿਹ ਵੀਰ ਨੂੰ ਕੱਢਣ ਦੀ ਮੁਸ਼ੱਕਤ ਚੱਲ ਰਹੀ ਸੀ, ਮੁਸ਼ੱਕਤ ਜਾਰੀ ਸੀਗੀ। ਫਤਿਹ ਵੀਰ ਸਾਰਿਆਂ ਦੇ ਦਿਲਾਂ 'ਚ ਵਸਦਾ ਹੈ, ਫਤਿਹ ਵੀਰ ਦੀਆਂ ਯਾਦਾਂ ਨੇ। ਫਤਿਹ ਵੀਰ ਸਭ ਨੂੰ ਇਹ ਲੱਗਿਆ ਕਿ ਸਾਡਾ ਆਪਣਾ ਹੀ ਬੱਚਾ ਹੈ, ਸਾਡਾ ਆਪਣਾ ਹੀ ਜਿਗਰ ਦਾ ਟੁਕੜਾ ਹੈ। ਜਦੋਂ ਤਸਵੀਰ ਉਹਦੀ ਅਸੀਂ ਦੇਖਦੇ ਸੀ ਤਾਂ ਸਾਡਾ ਹਿਰਦਾ ਵਿਲੁੰਦਰਿਆ ਜਾਂਦਾ ਸੀ। ਤੁਸੀਂ ਕਾਲ ਕਰ ਸਕਦੇ ਹੋ 9305 93056 ਦੇ ਉੱਤੇ। ਅਸੀਂ ਤੁਹਾਡੇ ਉਦੋਂ ਦੇ ਜਜ਼ਬਾਤ ਸਾਂਝੇ ਕਰਾਂਗੇ ਦਰਸ਼ਕਾਂ ਦੇ ਨਾਲ। ਅਸੀਂ ਤੁਹਾਡੇ ਨਾਲ ਤੁਹਾਡੀਆਂ ਉਦੋਂ ਦੀਆਂ ਗੱਲਾਂ, ਉਦੋਂ ਦੀਆਂ ਜੋ ਫਤਿਹ ਵੀਰ ਦੀਆਂ ਜੋ 5 ਦਿਨ ਕੱਟੇ, ਪਿੰਡ ਵਾਲਿਆਂ ਨੇ ਬੜੇ ਔਖੇ ਕੱਟੇ, ਸਭ ਨੇ ਦਿਨ ਰਾਤ ਸਲਾਮਤੀ ਦੀ ਦੁਆ ਕੀਤੀ ਹੈ। ਕਾਲਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕੀ ਨਾਮ ਹੈ ਜੀ ਤੁਹਾਡਾ? ਨਿਰਮਲ ਸਿੰਘ ਇੰਟਰਨੈਸ਼ਨਲ ਸਮਾਜ ਜੀ। ਨਿਰਮਲ ਸਿੰਘ ਜੀ, ਤੁਹਾਨੂੰ ਲੱਗਦਾ ਹੈ ਕਿ ਉਸ ਬੱਚੇ ਨੂੰ ਵਿਛੜਿਆ ਸਾਲ ਹੋ ਗਿਆ ਹੈ, ਕੋਈ ਸਿਸਟਮ 'ਚ ਤਬਦੀਲੀ ਆਈ ਹੈ, ਕੋਈ ਉਸ ਤੋਂ ਬਾਅਦ ਅਸੀਂ ਸਬਕ ਸਿੱਖਿਆ? ਮੈਂ ਜੀ
ਨੂੰ ਜ਼ਿਆਦਾ ਮੰਨਦਾ ਜੀ ਤੇ ਬਾਬੇ ਬੁੱਢੇ ਮੂਰੇ ਅਰਦਾਸ ਕਰਦਾ। ਉਹਦੇ ਡੈਡੀ ਨਾਲ ਮੇਰੀ ਗੱਲ ਹੋਈ ਆ, ਫਤਿਹਵੀਰ ਦੁਆਰਾ ਆਊਗਾ। ਤੇ ਸਿਸਟਮ ਤਾਂ ਆਪਣੇ ਇੰਡੀਆ ਦਾ ਮੇਰੇ ਕਟਾਇਆ ਜੀ ਖਾਮਾ ਗਾਟਾ ਮਾਰੂ ਇੱਕ ਯਾਦ ਹੁੰਦੇ ਬਹੁਤ ਜਿਹੜੀ ਗੋਰਿਆਂ ਨੂੰ ਕੱਢ ਕੇ ਪਛਤਾਉਂਦੇ ਆ। ਜੋ ਗੋਰੇ ਨਾ ਕੱਢੇ ਹੁੰਦੇ ਤੇ ਨਾ 84 ਵਾਲਾ ਹੁੰਦਾ, ਨਾ 47 ਹੁੰਦਾ, ਨਾ ਬਗਰਾੜੀ ਹੁੰਦਾ ਤੇ ਨਾ ਆਹ ਕੰਮ ਫਤਿਹਵੀਰ ਦੀ ਜਾਣ ਗਿਆ। ਤੇ ਮੇਰੀ ਤਾਂ ਇਹ ਸ਼ਰਧਾਂਜਲੀ ਹੈ। ਹਾਂਜੀ, ਤੁਹਾਨੂੰ ਲੱਗਦਾ ਸਿਸਟਮ 'ਚ ਕੋਈ ਬਦਲਾਅ ਆਇਆ ਅੱਜ ਵੀ? ਕੋਈ ਬਦਲਾਅ ਨਹੀਂ ਆਇਆ ਜੀ, ਕੁਝ ਨਹੀਂ ਆਇਆ। ਕੋਈ ਸਬਕ ਲਿਆ ਸੀ ਉਸ ਤੋਂ ਬਾਅਦ? ਤੁਹਾਨੂੰ ਨਹੀਂ ਲੱਗਦਾ ਕਿ ਭੁੱਲ ਗਏ ਸਾਰੇ? ਕੁਝ ਦਿਨਾਂ 'ਚ ਚੇਤੇ ਕੀਤਾ, ਖਬਰਾਂ ਚੱਲੀਆਂ, ਅੱਜ ਦੇ ਦਿਨ 'ਚ ਕਿਸੇ ਨੇ ਯਾਦ ਵੀ ਨਹੀਂ ਕੀਤਾ। ਉਹੀ ਚੈਨਲ, ਬਹੁਤ ਸਾਰੇ ਲੋਕ ਜਿਹੜੇ ਉਸ ਦਿਨ ਉੱਥੇ ਅਸੀਂ 5 ਦਿਨ ਤੰਬੂ ਦੇ ਥੱਲੇ ਕੈਮਰੇ ਕੱਢ ਕੇ ਬੈਠੇ ਰਹੇ ਆ, ਕਿਸੇ ਨੇ ਅੱਜ ਫਤਿਹਵੀਰ ਨੂੰ ਯਾਦ ਵੀ ਨਹੀਂ ਕੀਤਾ। ਨਹੀਂ, ਮੈਂ ਉਹਦੇ ਨਾ ਡੈਡੀਆਂ ਮੇਰੀ ਗੱਲ ਹੁੰਦੀ ਰਹਿੰਦੀ ਹੈ। ਮੈਂ ਭੋਗ ਤੇ ਵੀ ਗਿਆ ਸੀ ਉਹਨਾਂ ਦੇ, ਮੈਂ ਇੰਡੀਆ ਦੀ ਹੁਣ ਵੀ ਇੰਡੀਆ ਸਾਡਾ ਬਿਜ਼ਨਸ ਬਾਹਰ ਹੈ ਜੀ, ਪਰ ਅਸੀਂ ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਰਹਿੰਦੇ। ਮੈਂ ਉਹਨੂੰ ਕਹੇ ਬਾਬੇ ਬੁੱਢੇ ਅਰਦਾਸ ਕਰਾ ਕੇ ਜ਼ਰੂਰ ਮਾਲਕ ਮੰਨੂਗਾ, ਪਰ ਉਹ ਦੁਬਾਰਾ ਆਊਗਾ। ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਕਿ ਮੈਂ ਭਲਾ ਹਿੰਦੂ ਧਰਮ ਨੂੰ ਮੰਨਦਾ ਜੀ, ਮੈਂ ਬਹੁਤ ਜ਼ਿਆਦਾ, ਪਰ ਮੈਨੂੰ ਵਿਸ਼ਵਾਸ ਹੈ ਸਿੱਖ ਧਰਮ 'ਚ ਮੈਂ ਪੈਦਾ ਹੋਇਆ ਤੇ ਫਤਿਹਵੀਰ ਤੁਹਾਨੂੰ ਜ਼ਰੂਰ ਮੈਂ ਫੋਨ ਲਾਊਂਗਾ ਤੁਹਾਡੇ ਚੈਨਲ ਤੇ ਜੀ, ਦੁਬਾਰਾ ਵਾਪਸ ਆਊਗਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਹਾਲਾਂਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਬਾਅਦ 'ਚ ਪਤਾ ਲੱਗਿਆ ਕਿ ਉਹ ਕਿਸੇ ਨੇ ਗਲਤ ਪਾਤੀ, ਉਹ ਉਹਨਾਂ ਦੇ ਜ਼ਖਮਾਂ ਤੇ ਲੂਣ ਲਾਇਆ, ਗਲਤ ਕੰਮ ਕਿਸੇ ਦੀ ਪਾਉਣੀ ਨਹੀਂ ਚਾਹੀਦੀ। ਮੈਂ ਹੀ ਸੱਚੇ ਦਿਲੋਂ ਰਾਮ ਦਾ ਭਗਤ ਹਾਂ ਜੀ, ਮੈਂ ਰਾਮ ਦੀ ਪੂਜਾ ਕਰਦਾ, ਹਨੂਮਾਨ ਦੀ, ਪਰ ਸਿੱਖ ਧਰਮ 'ਚ ਪੈਦਾ ਆਇਆ ਤੇ ਮੇਰੇ ਬਾਪੂ ਨੇ ਕਾਲ ਤਖਤ ਮੂਹਰੇ ਛਾਤੀ ਦਾ ਜੀ। ਇੱਕ ਮੇਰਾ ਤਾਂ ਕਾਮਾਂਗਾਟਾ ਮਾਰੂ, ਇੱਕ ਯਾਦਿੰਦ ਫੌਜ ਦੀ, ਪਰ ਮੈਂ ਉਹਨਾਂ ਦੇ ਦੁੱਖ 'ਚ ਬਹੁਤ ਜ਼ਿਆਦਾ। ਤੇ ਫਤਿਹਵੀਰ 1 ਸਾਲ ਤੋਂ ਜਦੋਂ ਵੀ ਇਹ ਜਨਮ ਹੋਇਆ, ਫਤਿਹਵੀਰ ਦੁਬਾਰਾ ਵਾਪਸ ਜ਼ਰੂਰ ਆਊਗਾ। ਮੈਂ ਤੁਹਾਡੇ ਬਹੁਤ ਚੈਨਲ ਮੇਰੇ ਨਾਲ ਇੱਕ ਸ਼ਖਸ ਨੇ, ਕਰਨ ਸਿੰਘ ਕਰਨ ਨੇ, ਉਹ ਕਮੈਂਟ ਕਰ ਰਹੇ ਹੈ ਤੁਹਾਡੀ ਗੱਲ ਦੇ ਉੱਤੇ। ਉਹ ਕਹਿ ਰਹੇ ਆ ਜੇ ਗੋਰੇ ਹੁੰਦੇ ਫਿਰ ਵਿਸਾਖੀ ਵਰਗੇ ਕਾਂਡ ਵੀ, ਜਲਿਆਂਵਾਲੇ ਬਾਗ ਵਰਗੇ ਵੀ ਹੋਰ ਹੋਣੇ ਸੀਗੇ 1919 ਦੇ। ਉਹ ਇਹ ਲਿਖ ਰਹੇ ਆ ਕਮੈਂਟ ਦੇ ਵਿੱਚ। ਉਹ ਤਾਂ ਇਹਨਾਂ ਨੇ ਕਰਾਇਆ ਜਿਨ੍ਹਾਂ ਨੇ, ਵੇਖੋ ਜੀ, ਜਿਹੜਾ ਬਾਗ, ਇਹਨੂੰ ਦੱਸ ਦਿਓ, ਮੈਂ ਤਾਂ ਮੇਰੇ ਕੋਲ ਟਾਈਮ ਨਹੀਂ ਲਿਖਣ ਦਾ, ਇਹਨੂੰ ਦੱਸ ਦਿਓ ਜੋ ਉਹਨਾਂ ਨੇ ਕਰਾਇਆ, ਜਿਨ੍ਹਾਂ ਨੇ ਜ਼ਿਲ੍ਹਾ ਵਾਲਾ ਬਾਗ ਕਰਾਇਆ, ਜਿਹਦੇ ਘਰੇ ਰੋਟੀਆਂ ਖਾਧੀਆਂ, ਉਹ ਅੱਜ ਰਾਜ ਕਰ ਰਹੇ ਆ ਜੀ। ਬਿਲਕੁਲ ਰਾਜ ਕਰ ਰਹੇ ਆ, ਸੋ ਇਹ ਖੋਜ ਜ਼ਹਿਰ ਪਾਉਂਦੇ ਰਹੇ ਜੀ ਜੀ ਜੀ। ਕੋਈ ਬਦਲਾਅ ਸਿਸਟਮ ਦੇ ਵਿੱਚ ਨਹੀਂ ਆਇਆ ਤੁਸੀਂ ਕਹਿ ਰਹੇ ਹੋ। ਬਹੁਤ ਧੰਨਵਾਦ ਫੋਨ ਕਰਨ ਵਾਸਤੇ। ਸੋ ਮੈਂ ਪੀਸੀਆਰ ਟੀਮ ਨੂੰ ਕਹੂੰਗਾ ਕਿ ਇੱਕ ਵਾਰ ਇਹ ਤਸਵੀਰਾਂ ਜਿਹੜੀਆਂ ਪੂਰੀ ਸਕਰੀਨ ਦੇ ਉੱਤੇ ਉਸ ਆਪਰੇਸ਼ਨ ਦੀਆਂ, ਨਾਕਾਮ ਆਪਰੇਸ਼ਨ ਦੀਆਂ, ਜਿਹਦੇ ਵਿੱਚ ਸਾਡੀ ਸਰਕਾਰ ਦਾ ਫੇਲੀਅਰ ਹੋਇਆ ਕਿ ਫਤਿਹਵੀਰ ਨੂੰ 109 ਘੰਟਿਆਂ ਦੇ ਵਿੱਚ ਵੀ ਬਚਾਇਆ ਨਹੀਂ ਜਾ ਸਕਿਆ, ਉਦੋਂ ਉਹ ਤਸਵੀਰਾਂ ਤੁਹਾਨੂੰ ਅਸੀਂ ਫੁੱਲ ਸਕਰੀਨ ਦੇ ਉੱਤੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ। ਅਗਲੀ ਕਾਲ ਵੀ ਨਾਲ ਦੀ ਨਾਲ ਅਸੀਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਸਰ ਮੈਂ ਡਾਕਟਰ ਅਮਿਤ ਚੰਦਰ ਬੋਲ ਰਿਹਾ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਕੋਈ ਬਦਲਾਅ ਸਿਸਟਮ ਦੇ ਵਿੱਚ ਤੁਹਾਨੂੰ ਲੱਗਦਾ ਉਸ ਤੋਂ ਬਾਅਦ? ਸਰ ਬੜੀ ਹੀ ਪਹਿਲੀ ਗੱਲ ਹੈ ਕਿ ਬਹੁਤ ਦੁਖਦਾਈ ਘਟਨਾਵਾਂ ਜਦੋਂ ਹੁੰਦੀਆਂ ਉਦੋਂ ਅਸੀਂ ਸਾਰੇ ਲੋਕ ਅਵੇਅਰ ਹੋ ਜਾਂਦੇ ਆ, ਅਸੀਂ ਵਿਰੋਧਤਾ ਜਤਾਉਂਦੇ ਆ। ਲੇਕਿਨ ਅੱਜ ਤੱਕ ਵੀ ਸਾਡੀ ਸਰਕਾਰਾਂ ਜਿਹੜੀ ਐਮਰਜੈਂਸੀ ਨੂੰ ਟੈਕਲ ਕਰਨ ਲਈ ਕੋਈ ਟਾਸਕ ਫੋਰਸ, ਚਾਹੇ ਉਹ ਕੀਮਤੀ ਜਾਨਾਂ ਨੂੰ ਲੈ ਕੇ ਹੈ, ਚਾਹੇ ਪਿੱਛੇ ਜਿੱਦਾਂ ਹੁਣ ਕੈਲਾ ਜਿਹੜਾ ਇੰਸੀਡੈਂਟ ਹੋਇਆ ਉਹਦੇ ਲਈ ਵੀ ਸਰਕਾਰ ਅਜੇ ਤੱਕ ਵੀ ਨਾ ਕੋਈ ਗਾਈਡਲਾਈਨਸ ਬਣਾ ਪਾਈ ਹੈ। ਇਹ ਬਹੁਤ ਦੁਖਦਾਈ ਘਟਨਾ ਹੈ। ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਇਹਨਾਂ ਨੂੰ ਪ੍ਰਾਇੋਰਟੀ ਤੇ ਕੀਤਾ ਜਾਵੇ। ਤਾਂ ਵੈਸਟਰਨ ਕੰਟਰੀ ਦੇ ਵਿੱਚ ਉਹ ਟਾਸਕ ਫੋਰਸ ਇੱਕ ਜੀਵ ਦੇ ਲਈ ਮਿਹਨਤ ਕਰਦੇ ਨੇ, ਉਹਨਾਂ ਦੀ ਪੁੱਛਗਿੱਛ ਹੁੰਦੀ ਹੈ। ਸਾਡੇ ਦੇਸ਼ ਵਿੱਚ ਚਟਾਣੀਆਂ ਚਾਹੀਦੀਆਂ, ਉਹ ਜਿਹੜਾ ਬਹੁਤ ਲੈਕ ਹੈ ਸਾਡੀ ਸਰਕਾਰਾਂ ਦੇ ਵਿੱਚ। ਬਿਲਕੁਲ ਠੀਕ ਹੈ। ਮੇਰੇ ਖਿਆਲ ਨਾਲ ਪੂਰੇ 1 ਸਾਲ ਤੋਂ ਬਾਅਦ ਸ਼ਾਇਦ ਜੇ ਅੱਜ ਸਰਕਾਰ ਨੂੰ ਇਹ ਸਵਾਲ ਕਰੀਏ, ਕੋਈ ਐਸਾ ਸਿਸਟਮ ਡਿਵੈਲਪ ਨਹੀਂ ਕੀਤਾ ਗਿਆ ਜੇ ਦੁਬਾਰਾ ਇਹੋ ਜਿਹੀ ਕੋਈ ਘਟਨਾ ਹੋ ਜੇ, ਘਟਨਾ ਹੋਈ, ਇੱਕ ਦੂਜੇ ਤੇ ਪੋਲੀਟੀਕਲ ਦੋਸ਼ ਲੱਗੇ ਤੇ ਬਸ ਗੱਲ ਖਤਮ ਹੋ ਗਈ ਉਸ ਤੋਂ ਬਾਅਦ। ਭਾਜੀ ਮੈਂ ਇੱਕ ਮਿੰਟ ਹੋਰ ਐਡ ਕਰਨਾ ਚਾਹੂੰਗਾ ਗੱਲ ਕਿ ਸਾਡੇ ਦੇਸ਼ ਦੀ ਬਦਕਿਸਮਤੀ ਕਿ ਲੀਡਰ ਲੋਕ ਜਦੋਂ ਕੋਈ ਇੰਸੀਡੈਂਟ ਹੋ ਜਾਂਦਾ ਆਪੋਜੀਸ਼ਨ ਵਾਲੇ ਝੰਡਾ ਚੱਕ ਲੈਂਦੇ ਨੇ, ਆਫਟਰ ਦੈਟ ਉਹ ਵੀ ਲੋਕ ਭੁੱਲ ਜਾਂਦੇ ਨੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇੱਕ ਸੋਸਾਇਟੀ ਜਿਹੜੀ ਸਾਡੀ ਸੋਸਾਇਟੀ ਦੇ ਪ੍ਰਤੀ ਆ, ਸਾਡੇ ਦੇਸ਼ ਦੇ ਵਿੱਚ ਅਸੀਂ ਲੋਕਾਂ ਨੂੰ ਤਾਂ ਕਹਿ ਦਿੰਦੇ ਕਿ ਅਸੀਂ ਕੀ ਕਰਦੇ ਹਾਂ ਦੇਸ਼ ਲਈ, ਲੇਕਿਨ ਅਸੀਂ ਲੀਡਰਸ ਨੂੰ ਪੁੱਛਣਾ ਚਾਹਾਂਗੇ, ਸਰਕਾਰਾਂ ਨੂੰ ਪੁੱਛਣਾ ਚਾਹਾਂਗੇ ਕਿ ਉਹ ਕੀ ਕਰਦੀਆਂ। ਕਮੇਟੀਆਂ ਬਣ ਜਾਂਦੀਆਂ, ਇਨਕੁਆਇਰੀ ਬੈਠ ਜਾਂਦੀਆਂ, ਕਿਹੜਾ ਦੋਸ਼ੀ ਹੈ, ਕੌਣ, ਕਿਹਨੂੰ ਸਜ਼ਾ ਮਿਲਦੀ, ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ। ਇਹਦੇ ਬਾਰੇ ਤੁਹਾਡੇ ਮਾਧਿਅਮ ਨਾਲ ਅਸੀਂ ਬੇਨਤੀ ਕਰਨਾ ਚਾਹਾਂਗੇ ਸਰਕਾਰਾਂ ਨੂੰ ਕਿ ਇਹਨੂੰ ਥੋੜਾ ਜਿਹਾ ਕੋਈ ਵੀ ਪ੍ਰੋਬਲਮ ਹੈ ਪਬਲਿਕ ਨੂੰ ਲੈ ਕੇ, ਉਹਦੇ ਸੀਰੀਅਸ ਹੋ ਕੇ ਇੱਕ ਸਰਕਾਰ ਕੰਮ ਕਰੇ। ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਫੋਨ ਕੀਤਾ। ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 9305 9305 ਦੇ ਉੱਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਅੱਜ 10 ਜੂਨ ਹੈ, ਫਤਿਹਵੀਰ 11 ਜੂਨ ਦੀ ਸਵੇਰੇ ਤੜਕੇ 4:30 ਪੌਣੇ 5 ਵਜੇ ਫਤਿਹਵੀਰ ਨੂੰ ਬੋਰਵੈਲ ਚੋਂ ਕੱਢਿਆ ਗਿਆ, ਪਰ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰੇਮ ਪ੍ਰਕਾਸ਼ ਹੈ ਜੀ, ਮੈਂ ਜਗਰਾਉਂ ਤੋਂ ਬੋਲਦਾ ਪਿਆ। ਪ੍ਰੇਮ ਪ੍ਰਕਾਸ਼ ਜੀ, ਪਹਿਲਾਂ ਤਾਂ ਆਪਣੇ ਫੋਨ ਦੀ ਜਾਂ ਟੀਵੀ ਸੈੱਟ ਦੀ ਆਵਾਜ਼ ਬੰਦ ਕਰ ਲਓ। ਹਾਂਜੀ ਹਾਂਜੀ ਕਰ ਲਿੱਤੀ ਹੈਗੀ ਵੀਰ ਜੀ।
ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਆਪਣੀ ਗੱਲ ਰੱਖ ਸਕਦੇ ਹੋ, ਆਵਾਜ਼ ਬੰਦ ਕਰ ਲਓ। ਇਹ ਚਾਹੁੰਦੇ ਆ ਜੀ, ਅੱਜ ਦੇਖੋ ਇੰਨੀ ਆਧੁਨਿਕਤਾ ਤੇ ਟੈਕਨੀਕਲ ਇੰਨੀ ਵਧੀ ਹੋਈ ਹੈਗੀ ਜੀ। ਕਿਉਂ ਨਾ ਆਪਣਾ ਇੰਨਾ ਜਿਹੜਾ ਇੰਜੀਨੀਅਰਿੰਗ ਜਿਹੜਾ ਸਿਸਟਮ ਹੈ ਅੱਜ ਇੰਟਰਨੈਸ਼ਨਲ ਲੈਵਲ ਤੇ ਇੰਨੀਆਂ ਸਹੂਲਤਾਂ ਨੇ, ਤੇ ਕਿਉਂ ਨਹੀਂ ਆਪਣੀ ਸਟੇਟ ਗਵਰਨਮੈਂਟ ਅੱਜ ਇੰਨੇ ਆਪਣੇ ਜੁਗਾੜੂ ਯੰਤਰਾਂ ਦੇ ਵਿੱਚ ਪੰਜਾਬ ਦਾ ਵੀ ਨਾਂ ਹੈਗਾ ਤੇ ਦੂਜੇ ਸਟੇਟਾਂ ਦੇ ਵਿੱਚ ਵੀ ਨਾਂ ਹੈਗਾ, ਤੇ ਕਿਉਂ ਨਾ ਪ੍ਰੋਪਰ ਆਪਾਂ ਇਹੋ ਜਿਹੀ ਟੈਕਨੀਕ ਅੱਜ ਤੱਕ ਕਿਉਂ ਨਹੀਂ ਕੱਢ ਸਕੇ ਆ ਜੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਦੁਨੀਆ ਕਿਤੇ ਦੀ ਕਿਤੇ ਅਸੀਂ ਚੰਦ ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ, ਪਰ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ ਸੀ। 109 ਘੰਟੇ ਦੇ ਵਿੱਚ ਅਸੀਂ ਬੱਚੇ ਨੂੰ ਕੱਢ ਨਹੀਂ ਸਕੇ ਸੀ ਬਾਹਰ। ਤਾਂ ਉਸ ਤੋਂ ਬਾਅਦ ਸਾਲ ਲੰਘ ਗਿਆ, ਕੋਈ ਨਵੀਂ ਟੈਕਨੀਕ ਡਿਵੈਲਪ ਹੋਣ ਦੀ ਗੱਲ ਕੀ ਇਹ ਵੇਟ ਕੀਤੀ ਜਾ ਰਹੀ? ਜਾਂ ਤਾਂ ਸਾਰੇ ਬੋਰਵੈਲ ਬੰਦ ਕਰ ਦਿੱਤੇ ਜਾਣ, ਉਹ ਪੋਸੀਬਲ ਨਹੀਂ ਹੈ, ਉਹ ਕਿਤੇ ਹੋ ਨਹੀਂ ਪਾਇਆ, ਇਸ ਤਰ੍ਹਾਂ ਅਣਗਹਿਲੀ ਹੋ ਜਾਂਦੀ ਹੈ। ਜਾਂ ਸਿਰਫ ਬੋਰਵੈਲ ਦੀ ਗੱਲ ਵੀ ਨਹੀਂ, ਹੋਰ ਵੀ ਕੋਈ ਆਪਦਾ ਆ ਸਕਦੀ ਹੈ, ਕਦੇ ਕੋਈ ਭੁਚਾਲ ਆ ਸਕਦਾ ਹੈ, ਭੁਚਾਲ ਦੇ ਹੇਠਾਂ ਮਲਬੇ 'ਚ ਕੋਈ ਬੰਦਾ ਦੱਬਿਆ ਜਾ ਸਕਦਾ ਹੈ, ਤਾਂ ਸਾਨੂੰ ਓਨਾ ਹੀ ਸਮਾਂ ਲੱਗਦਾ ਹੈ। ਲੁਧਿਆਣੇ ਦੇ ਵਿੱਚ ਇੱਕ ਬਿਲਡਿੰਗ ਜਿਹੜੀ ਅੱਗ ਲੱਗਣ ਤੋਂ ਬਾਅਦ ਡਿੱਗੀ ਸੀਗੀ, ਔਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਸੇ ਤਰ੍ਹਾਂ ਮੌਤ ਹੋਈ ਕਿਉਂਕਿ ਕਈ ਘੰਟੇ ਮਲਬਾ ਚੁੱਕਣ ਤੇ ਲੱਗ ਗਏ। ਤਾਂ ਸਾਡੀ ਕੋਈ ਟੈਕਨੀਕ ਐਸੀ ਡਿਵੈਲਪ ਨਹੀਂ ਹੋ ਪਾਈ। ਨਹੀਂ ਸਰ, ਦੇਖੋ ਸਰਕਾਰ ਤੇ ਬਹੁਤ ਬੜਾ ਇੱਕ ਇਲੀਗੇਸ਼ਨ ਹੈ, ਚਾਹੇ ਪਿਛਲੀਆਂ ਸਰਕਾਰਾਂ ਹੈ ਚਾਹੇ ਮੌਕੇ ਦੀ ਸਰਕਾਰ ਹੈ, ਅੱਜ ਤੱਕ ਵੀ ਇਹਨਾਂ ਚੀਜ਼ਾਂ ਤੇ ਸੁਧਾਰ ਕਰਨ ਦੀ ਕੋਈ ਪਲਾਨਿੰਗ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੀ ਹੈ। ਆਮ ਜਨਤਾ ਦਾ ਬਹੁਤ ਬੜਾ ਖਿਲਵਾੜ ਕੀਤਾ ਜਾ ਰਿਹਾ ਸਰ। ਬਿਲਕੁਲ ਠੀਕ ਕਹਿ ਰਹੇ ਹੋ ਜੀ, ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ। ਸੋ ਤੁਸੀਂ 9305 93056 ਦੇ ਉੱਤੇ ਸਾਨੂੰ ਕਾਲ ਕਰ ਸਕਦੇ ਹੋ। ਫਤਿਹ ਵੀਰ ਉਹ ਛੋਟੀ ਜੀ ਜਾਨ ਨੂੰ ਗਿਆ ਸਾਲ ਹੋ ਚੱਲਿਆ ਹੈ। 10 ਜੂਨ 11 ਜੂਨ ਨੂੰ ਫਤਿਹ ਵੀਰ ਇਸ ਫਾਨੀ ਸੰਸਾਰ ਤੋਂ ਗਿਆ ਸੀ। ਤਾਂ ਅਗਲੇ ਕਾਲਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ। ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਭਾਜੀ ਤਰਨਤਾਰਨ। ਆਪਣੇ ਫੋਨ ਦੀ ਆਵਾਜ਼ ਬੰਦ ਕਰੋ ਪਹਿਲੇ। ਇੱਕ ਮਿੰਟ ਭਾਜੀ, ਇੱਕ ਮਿੰਟ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ ਹਾਂਜੀ ਸਰਦਾਰ ਜੀ, ਤੁਸੀਂ ਪਹਿਲਾਂ ਤਾਂ ਮੇਰਾ ਧੰਨਵਾਦ ਕਰਦਾ ਕਿ ਤੁਸੀਂ ਇਹ ਬੱਚੇ ਸਾਨੂੰ ਯਾਦ ਦਵਾਈ ਹੈ ਜੀ। ਠੀਕ ਹੈ, ਕਿਉਂਕਿ ਦੁਨੀਆ ਸਮੇਂ ਦੇ ਨਾਲ ਸਭ ਕੁਝ ਭੁੱਲਣਾ ਜਾਣਦੀ ਆ ਜੀ। ਔਰ ਰਹੀ ਗੱਲ ਤੁਸੀਂ ਕਰ ਰਹੇ ਸਵਾਲ ਕਿ ਸਰਕਾਰਾਂ ਦੇ ਕੋਲ ਪੁਖਤਾ ਪ੍ਰਬੰਧ ਹੈ ਨਹੀਂ ਆ ਜੀ। ਕਿ ਬੱਚਾ 3-4 ਦਿਨ ਤੋਂ 5 ਦਿਨ ਫਸਿਆ ਰਿਹਾ ਵਿੱਚ, ਕੋਈ ਕਿਸੇ ਨੇ ਆਵਾਜ਼ ਕੀਤਾ, ਬਾਲਟੀ ਪਤਾ ਲੱਗੇ ਰਿਹਾ, ਆਪਣਾ ਪ੍ਰਸ਼ਾਸਨ ਸਭ ਕੁਝ ਏਦਾਂ ਕਰਦਾ ਰਿਹਾ, ਜੋ ਕਿ ਬਹੁਤ ਹੀ ਮਾੜੀ ਘਟਨਾ ਹੋਈ ਉਦੋਂ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਉਹ ਸਰਕਾਰ ਨੇ ਅਜੇ ਤੱਕ ਵੀ ਕੋਈ ਇਹੋ ਜਿਹਾ ਪੁਖਤਾ ਪ੍ਰਬੰਧ ਨਹੀਂ ਕੀਤਾ ਕਿ ਜੇ ਅੱਗੇ, ਪਹਿਲੀ ਗੱਲ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜਿਹਾ ਹਾਦਸਾ ਹੋਵੇ, ਜੇਕਰ ਹੋ ਵੀ ਜਾਂਦਾ ਤਾਂ ਅੱਗੇ ਨਹੀਂ ਬੰਦਾ, ਮਤਲਬ ਹੱਲ ਨਹੀਂ ਹੈਗਾ ਕੋਈ ਇਸ ਚੀਜ਼ ਦਾ। ਬਿਲਕੁਲ ਠੀਕ ਹੈ। ਅਸੀਂ ਇੱਕ ਵਾਰੀ ਤੁਹਾਨੂੰ ਉਹ ਤਸਵੀਰਾਂ ਦਿਖਾਉਂਦੇ ਹਾਂ ਦੁਬਾਰਾ, ਪਿਛਲੇ ਸਾਲ ਦੀਆਂ ਉਹ ਤਸਵੀਰਾਂ, ਔਰ ਉਸ ਵੇਲੇ ਦਾ ਕੀ ਮਾਹੌਲ ਸੀ, ਉਹ ਉਦੋਂ ਦੀ ਆਵਾਜ਼ ਤੁਹਾਨੂੰ ਸੁਣਾਉਂਦੇ ਹਾਂ ਕਿ ਉਸ ਵੇਲੇ ਕੀ ਮਾਹੌਲ ਸੀ, ਉਦੋਂ ਕੀ ਚੱਲ ਰਿਹਾ ਸੀ। ਇੱਕ ਵਾਰ ਉਹ ਤਸਵੀਰਾਂ ਤੁਹਾਨੂੰ ਦਿਖਾ ਕੇ ਫਿਰ ਵਾਪਸ ਕਾਲਸ ਲੈਂਦੇ ਹਾਂ।
ਇਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਦੇਵੀ ਸਿੰਘ ਜਿਹੜਾ ਹੈਗਾ ਹੈ ਉਸਦਾ ਕੱਲ ਜਨਮ ਦਿਨ ਹੈਗਾ ਹੈ 10 ਤਰੀਕ ਨੂੰ, ਤੇ ਬੱਚਾ 2 ਸਾਲ ਦਾ ਵੀ ਅਜੇ ਨਹੀਂ ਹੈ, ਕੱਲ ਬੱਚਾ 2 ਸਾਲ ਦਾ ਹੋਣ ਵਾਲਾ ਹੈ। ਤੇ ਇਹੀ ਅਰਦਾਸ ਇਸ ਦਾ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈਗਾ। ਤੇ ਜਿਵੇਂ ਹੀ ਕੋਈ ਅਪਡੇਟ ਹੋਰ ਆਉਂਦੀ ਹੈ, ਬੱਚੇ ਨੂੰ ਜਿਵੇਂ ਹੀ ਬਾਹਰ ਕੱਢਿਆ ਜਾਂਦਾ ਹੈ, ਅਸੀਂ ਦਰਸ਼ਕਾਂ ਦੇ ਨਾਲ ਫਿਰ ਲਾਈਵ ਜੁੜਾਂਗੇ, ਦਰਸ਼ਕਾਂ ਨੂੰ ਦੱਸਾਂਗੇ ਔਰ ਤਸਵੀਰਾਂ ਦਿਖਾਵਾਂਗੇ ਇੱਥੇ ਦੀਆਂ, ਔਰ ਬੱਚੇ ਨੂੰ ਜਿੱਥੇ ਵੀ ਰੈਸਕਿਊ ਕਰਨ ਲਈ ਲਿਜਾਇਆ ਜਾਵੇਗਾ ਇਹ ਵੀ ਅਪਡੇਟ ਹੋ ਜਾਵੇਗੀ ਏਆਰਪੀ ਟੀਮ ਵੱਲੋਂ। ਤੇ ਅਸੀਂ ਏਆਰਪੀ ਨਿਊਜ਼ ਚੈਨਲ ਦੇ ਰਾਹੀਂ ਇਹੀ ਦਰਸ਼ਕਾਂ ਨੂੰ ਕਹਿ ਰਹੇ ਹੈਗੇ ਆ ਕਿ ਰੱਬ ਦੇ ਅੱਗੇ ਅਰਦਾਸ ਕਰੋ, ਰੱਬ ਦੇ ਅੱਗੇ ਅਰਦਾਸ ਕਰੋ, ਰੱਬ ਦੇ ਅੱਗੇ ਅਰਦਾਸ ਰੱਬ ਦੇ ਅੱਗੇ ਅਰਦਾਸ ਕਰੋ ਇਸ ਸਮਾਂ ਕਿ ਜਿਹੜਾ ਬੱਚਾ ਹੈ ਉਹ ਸਹੀ ਸਲਾਮਤ ਬਾਹਰ ਕੱਢਿਆ ਜਾ ਸਕੇ। ਕੈਮਰਾਮੈਨ ਸਸ਼ੀਪਾਲ ਦੇ ਨਾਲ ਅੰਕੁਸ਼ ਕੋਹਲੀ, ਏਆਰਪੀ ਨਿਊਜ਼। ਬੰਦ ਕਰ ਦੋ ਆਪਣੇ ਪਰਿਵਾਰ ਦੇ ਨਾਲ ਖੇਡ ਰਿਹਾ ਸੀਗਾ। ਚਾਹਾਂਗੇ ਕਿ ਸਾਡੇ ਜਿਹੜੇ ਕੈਮਰਾ ਪਰਸਨ ਨੇ ਉਹ ਇੱਕ ਵਾਰ ਬੱਚੇ ਦੇ ਘਰ ਦੀ ਉਹ ਦਿਖਾਣ, ਜਿਹੜਾ ਸਾਹਮਣੇ ਹੀ ਰੈਸਕਿਊ ਬੋਰਡ ਦੇ ਬਿਲਕੁਲ ਸਾਹਮਣੇ ਹੀ ਬੱਚੇ ਦਾ ਜਿਹੜਾ ਹੈਗਾ ਘਰ ਹੈਗਾ ਹੈ। ਤੇ ਬੱਚਿਆਂ ਨੂੰ ਉੱਪਰ ਜਿਹੜਾ ਤੁਸੀਂ ਗੇਟ ਦੇਖ ਪਾ ਰਹੇ ਹੋ ਜਿਸ ਦੇ ਬਾਹਰ ਵੱਡੀ ਕਲਾਸ 'ਚ ਕਈ ਲੋਕ ਖੜੇ ਨੇ। ਪਹਿਲੀ ਵਜੇ ਜਿਹੜੇ ਘਰ ਦਾ ਗੇਟ ਹੈਗਾ ਗੇਟ ਦੇ ਬੱਚਿਆਂ ਵਾਲੇ ਬਾਹਰ ਸਮੇਤ ਬੈਠਾ ਸੀਗਾ ਲਾਈਵ ਜਦ ਬਾਹਰ ਸ਼ਾਮੀ 4:30 ਵਜੇ ਤੇ ਉਹ ਬੱਚਾ ਖੇਡਦਾ ਦੂਜੀ ਤਰਫ ਬੋਲਦਾ ਤੇ ਲਾਗੇ ਆ ਗਿਆ। ਤੇ ਜਿਹੜਾ ਬੋਲਦਾ ਹੈਗਾ ਪੁਰਾਣਾ ਬੋਲਦਾ 1980 85 ਦੇ ਦਰਮਿਆਨ ਦਾ ਬੋਲਦਾ ਸੀ, ਉਹ ਓਪਨ ਰੱਖਿਆ ਗਿਆ ਸੀਗਾ। ਪਰ ਜਿਹੜਾ ਇਹ ਪਰਿਵਾਰ ਹੈਗਾ ਇਹਨਾਂ ਨੇ ਸਾਨੂੰ ਦੱਸਿਆ ਕਿ ਬੋਰੀ ਨਾਲ ਢੱਕਿਆ ਗਿਆ ਸੀਗਾ। ਇਹ ਬੋਲਦਾ ਵੱਡਾ ਪੱਥਰ ਰੱਖਿਆ ਗਿਆ ਸੀਗਾ। ਤੇ ਭਾਣਾ ਇਸ ਤਰ੍ਹਾਂ ਪੜਿਆ ਕਿ ਵੀਰਵਾਰ ਸ਼ਾਮ 4:30 ਵਜੇ ਸਮੇਂ ਬੱਚਾ ਬਾਹਰ ਫਿਰਦਾ ਤੇ ਪਿਤਾ ਜੀ ਨੇ ਬੱਚੇ ਦੇ ਵਿੱਕੀ ਜੀ ਉਹਨਾਂ ਨੇ ਆਪਣੀ ਬਣਾ ਲਈ ਜਿਹੜਾ ਉੱਤੇ ਵੱਡਾ ਪਿਆ ਸੀਗਾ। ਉਹਨੂੰ ਕਿਸੇ ਕਾਰਨ ਹੋਰ ਵੀ ਆਏ ਨੇ ਕਰਨ ਵੇਲੇ ਬੱਚੇ ਦਾ ਧਿਆਨ ਉਹ ਲਾਈਵ ਚੱਲ ਰਿਹਾ, ਮਜ਼ਾਕ ਨਾ ਕਰਿਆ। ਤੇ ਉੱਤੇ ਜਾ ਬੈਠਿਆ ਬੋਰੀ ਜਿਹੜੀ ਪਹਿਲਾਂ ਤੋਂ ਸੀ ਉਹ ਵੀ ਬਹੁਤ ਖਰਾਬ ਸੀ, ਕਹਿੰਦੇ ਗੱਲ ਜਿਹੜੀ ਸੀ ਬੋਰੀ ਜਾ ਕੇ ਸਾਹਮਣੇ ਆਪਣੇ ਮਾਂ ਬਾਪ ਦੇ ਮੇਰਾ ਨਿਕਲ ਆਇਆ ਬੱਚਾ ਬੋਲਦਾ ਦੇ ਵਿੱਚ ਸਾਡੇ ਆਪ ਦੇ ਮਾਤਾ ਜੀ ਨੇ ਜਿਹੜੇ ਬੱਚੇ ਦੇ ਵਿੱਚ ਸਿੱਧੇ ਉਹਨਾਂ ਨੂੰ ਫੜਦੇ ਰਹਿ ਗਏ। ਬੱਚਾ ਆਪਣੀ ਮਾਂ ਦੇ ਹੱਥੋਂ ਬੱਚਾ ਆਪਣੇ ਮਾਂ ਦੇ ਹੱਥੋਂ ਨਿਕਲ ਕੇ ਕਦੋਂ ਬੋਲਦਾ ਤੇ ਅੱਗੇ ਗਿਆ ਹੀ ਕੁਝ ਮਿੰਟਾਂ ਤੇ ਕਿਸੇ ਨੂੰ ਪਤਾ ਹੀ ਲੱਗਿਆ। ਬੋਲਦਾ ਦੀ ਅਗਰ ਗੱਲ ਕੀਤੀ ਜਾਵੇ ਟੈਕਨੀਕਲੀ ਸਮਝਣ ਦੀ ਗੱਲ ਕੀਤੀ ਜਾਵੇ ਔਰ ਸਾਡਾ ਸਵਾਲ ਹੈ ਕਿ ਕੀ ਉਸ ਤੋਂ ਬਾਅਦ ਕੋਈ ਸਿਸਟਮ ਬਦਲਿਆ, ਕਿ ਅਸੀਂ ਕੋਈ ਟੈਕਨੀਕ ਡਿਵੈਲਪ ਕਰ ਪਾਏ ਹਾਂ ਕਿ ਇਹੋ ਜਿਹੇ ਜੇ ਹਾਦਸੇ ਦੁਬਾਰਾ ਕਦੇ ਹੁੰਦੇ ਆ ਤਾਂ ਉਸ ਟੈਕਨੀਕ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਬਚਾ ਸਕੀਏ, ਮਨੁੱਖੀ ਜਾਨਾਂ ਬਚਾ ਸਕੀਏ। ਸਿਰਫ ਬੋਰਵੈਲ 'ਚ ਡਿੱਗਣਾ ਨਹੀਂ ਹੈ, ਬਹੁਤ ਸਾਰੇ ਹੋਰ ਹਾਦਸੇ ਨੈਚੁਰਲੀ ਹੋ ਜਾਂਦੇ ਹੈ। ਅਰਥਕੁਏਕਸ, ਤੁਹਾਡੇ ਯਾਦ ਹੋਣਾ ਗੁਜਰਾਤ ਦੇ ਵਿੱਚ 26 ਜਨਵਰੀ ਦਾ ਉਹ ਦਿਨ ਜਦੋਂ ਬਹੁਤ ਭਾਰੀ ਅਰਥਕੁਏਕ ਭੂਚਾਲ ਆਇਆ ਤਾਂ ਉਸਨੇ ਤਬਾਹੀ ਮਚਾਈ ਸੀ। ਦੇਸ਼ ਦੇ ਵਿੱਚ ਇਹੋ ਜਿਹੇ ਬੜੇ ਨੈਚੁਰਲ ਡਿਜ਼ਾਸਟਰਸ ਆਉਂਦੇ ਆ ਤਾਂ ਕੀ ਅਸੀਂ ਇੰਨੇ ਕਾਬਲ ਹੈਗੇ ਆ ਕਿ ਅਸੀਂ ਉਹਦੇ ਨਾਲ ਨਜਿੱਠ ਸਕਦੇ ਹਾਂ, ਅਸੀਂ ਉਹਦੇ ਨਾਲ ਲੜ ਸਕਦੇ ਹਾਂ? ਸਵਾਲ ਇਹ ਹੈ। ਤਾਂ ਤੁਸੀਂ ਕਾਲ ਕਰ ਸਕਦੇ ਹੋ, ਆਪਣੀ ਕੀਮਤੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 9305 9305 ਦੇ ਉੱਤੇ ਤੁਸੀਂ ਫੋਨ ਕਰਕੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਕਿ ਆਖਰ ਸਰਕਾਰਾਂ ਤੁਸੀਂ 1 ਸਾਲ ਦੇ ਵਿੱਚ ਬਦਲਦੀਆਂ, ਸਿਸਟਮ ਬਦਲਦਾ, ਪ੍ਰਸ਼ਾਸਨ ਦੇ ਵਿੱਚ ਕੋਈ ਬਦਲਾਅ ਆਉਂਦਾ, ਕੋਈ ਇਹੋ ਜਿਹੇ ਪ੍ਰਸ਼ਾਸਨ ਦੇ ਵੱਲੋਂ ਟੈਕਨੀਕ ਸਾਂਝੀ ਨਹੀਂ ਕੀਤੀ ਗਈ ਕਦੇ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਕਾਲ ਲਾਈਨ ਤੇ, ਅਸੀਂ ਕਾਲ ਲੈਂਦੇ ਹਾਂ। ਤੁਸੀਂ ਸਾਨੂੰ 9305 9305 ਦੇ ਉੱਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਤੁਸੀਂ ਇਸ ਬਾਰੇ ਉਹ ਯਾਦ ਸਾਂਝੀ ਕਰ ਸਕਦੇ ਹੋ, ਸ਼ਰਧਾਂਜਲੀ ਦੇ ਸਕਦੇ ਹੋ। ਔਰ ਵੱਡੀ ਗੱਲ ਹੈ ਕਿ ਅਸੀਂ ਸਿਸਟਮ ਨੂੰ ਚੈਲੰਜ ਕਰੀਏ, ਕਿ ਸਿਸਟਮ ਤੋਂ ਜਵਾਬ ਮੰਗੀਏ, ਸਰਕਾਰ ਤੋਂ ਇਹ ਜਵਾਬ ਮੰਗੀਏ ਕਿ ਉਸ ਤੋਂ ਬਾਅਦ ਕੁਝ ਸੋਚਿਆ ਗਿਆ, ਕੋਈ ਵਿਚਾਰ ਕੀਤਾ ਗਿਆ, ਕੋਈ ਪਲਾਨ ਬਣਾਇਆ ਗਿਆ ਇਹਦੇ ਬਾਰੇ ਕਿ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਉਹਦੇ ਬਾਰੇ ਕੁਝ ਪਲਾਨ ਜਿਹੜਾ ਉਹ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਕਾਲਰ ਜੁੜੇ ਨੇ, ਅਸੀਂ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਵੀਰ ਜੀ, ਕੁਲਦੀਪ ਸਿੰਘ ਬੋਲਦਾ ਜੀ। ਕੀ ਕਹਿਣਾ ਚਾਹੁੰਦੇ ਹੋ ਜੀ?
ਆਪਾਂ ਫਤਿਹਵੀਰ ਬਾਰੇ ਗੱਲ ਕਰਕੇ ਗਿਆ ਆ। ਵੀਰ ਦੀ ਬਾਬੇ ਬੁੱਢੇ ਕੀ ਅਰਦਾਸ ਕੀਤੀ ਆ ਵੀ ਪੁੱਤਰ ਦੁਬਾਰਾ ਫੇਰ ਉਹਨਾਂ ਦੇ ਘਰੇ ਆਊਗਾ। ਜੀ ਜੀ ਜੀ। ਬਾਬਾ ਬੁੱਢਾ ਕੋ ਵਿਹਲਾ ਥੋੜੀ ਹੈ ਜੀ, ਪੁੱਤਰ ਦਿੰਦਾ ਫਿਰਦਾ, ਲੋਕਾਂ ਨੂੰ ਮਾਰਦਾ ਫਿਰਦਾ ਆ। ਹੂੰ। ਮੇਰੇ ਪਰਿਵਾਰ ਦਾ ਜਿਹੜਾ ਮੇਰੇ ਸਹੁਰੇ ਆ ਬਾਬੇ ਬੁੱਢੇ ਸਾਹਿਬ ਦੇ ਅੰਸ਼ ਦੇ ਵਿੱਚੋਂ ਆ ਜੀ। ਨਾ ਮੇਰੇ ਸਾਲੇ ਦੇ ਜਵਾਕ ਆ ਕੋਈ ਤੇ ਨਾ ਮੇਰੀ ਸਾਲੀ ਦੇ ਜਵਾਕ ਆ ਕੋਈ ਜੀ। ਕੀ ਗੱਲ ਬਾਬੇ ਬੁੱਢੇ ਦੀ ਸਾਲੀ ਚ ਉਹਨਾਂ ਨੇ ਲੱਤ ਮਾਰੀ ਸੀਗੀ, ਉਹਨਾਂ ਨੇ ਕਿਉਂ ਨਹੀਂ ਦਿੱਤਾ ਪੁੱਤਰ ਕੋਈ? ਠੀਕ ਹੈ, ਉਹਨਾਂ ਦੇ ਜਜ਼ਬਾਤ ਸੀਗੇ ਤਾਂ ਉਹਨਾਂ ਨੇ ਆਪਣੀ ਰਾਏ ਰੱਖੀ ਹੈ। ਅਸੀਂ ਫਤਿਹਵੀਰ ਬਾਰੇ ਗੱਲ ਕਰ ਰਹੇ ਹਾਂ, ਅਸੀਂ ਬਾਬਾ ਬੁੱਢਾ ਜੀ ਦੇ ਉੱਤੇ ਕੋਈ ਸਵਾਲ ਨਹੀਂ ਕਰ ਰਹੇ, ਅਸੀਂ ਕੋਈ ਇਹੋ ਜੀ ਗੱਲ ਨਹੀਂ ਕਰ ਰਹੇ, ਅਸੀਂ ਫਤਿਹਵੀਰ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਫਤਿਹਵੀਰ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਜੀ। ਹਾਂਜੀ ਫਤਿਹਵੀਰ ਬਾਰੇ ਗੱਲ ਕਰਨੀ ਆ। ਮੈਂ ਵੀ ਬਹੁਤ ਮਾੜਾ ਹੋਇਆ ਆ, ਕਿਸੇ ਵੀਰ ਨੇ ਕੋਈ ਨਾਂ ਨਹੀਂ ਲਿਆਗਾ ਇਸ ਵਕਤ ਇਸ ਵਕਤ ਵੀ ਸਾਲ ਹੋ ਗਿਆ ਇਸ ਗੱਲ ਨੂੰ, ਕਿਸੇ ਬੰਦੇ ਨੇ ਕੋਈ ਗੱਲ ਨਹੀਂ ਕੀਤੀ ਜੀ। ਸਾਡੀ ਗੱਲ ਨਾਲ ਸਹਿਮਤ ਆ, ਪਰ ਉਹ ਜਿਹੜੀਆਂ ਗੱਲਾਂ ਕਰਦੇ ਨਾ ਇਹਨਾਂ ਲੋਕਾਂ ਨੇ ਸੱਚਾ ਨਾਸ ਮਾਰਿਆ ਅੱਗੇ ਹੀ ਕੌਮ ਦਾ। ਮਨ ਘਰ ਤੱਕ ਗੱਲਾਂ ਸੁਣਾ ਕੇ ਸਾਨੂੰ ਵੀ ਉੱਥੇ ਪੁੱਤ ਮਿਲਦੇ ਆ, ਇੱਕ ਸਾਧ ਵਿਖਾਉਂਦੇ ਸਾਨੂੰ, ਦੂਜਾ ਡੇਰਾ ਵਿਖਾਉਂਦੇ ਆ, ਦੂਜੇ ਡੇਰੇ ਤੋਂ ਤੀਜਾ ਡੇਰਾ ਵਿਖਾਉਂਦੇ। ਇਹੋ ਜਿਹੇ ਲੋਕ ਜਿਹੜੇ ਆ ਨਾ ਇਹ ਧਰਤੀ ਦੇ ਉੱਤੇ ਗਰੋਹ ਨੇ। ਠੀਕ ਹੈ ਨਾ ਵੀਰ ਜੀ? ਠੀਕ ਹੈ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਫੋਨ ਕੀਤਾ। ਉਹਨਾਂ ਦੇ ਆਪਣੇ ਜਜ਼ਬਾਤ ਸੀ, ਉਹਨਾਂ ਦੀ ਵੀ ਕਦਰ ਕਰਦੇ ਆ, ਤੁਹਾਡੇ ਵੀ ਜਜ਼ਬਾਤ ਨੇ, ਤੁਹਾਡੀ ਵੀ ਕਦਰ ਕਰਦੇ ਆ ਅਸੀਂ। ਠੀਕ ਹੈ ਵੀਰ ਜੀ, ਠੀਕ ਹੈ ਜੀ। ਸੋ ਲਗਾਤਾਰ ਤੁਸੀਂ ਕਾਲ ਜਿਹੜੀ ਹੈ ਕਰ ਸਕਦੇ ਹੋ 9305 93056 ਦੇ ਉੱਤੇ ਫੋਨ ਕਰਕੇ। ਤੁਸੀਂ ਸਵਾਲ ਸਾਡਾ ਸਿਸਟਮ ਨੂੰ, ਸਰਕਾਰ ਨੂੰ ਹੈ, ਅਸੀਂ ਕਿਸੇ ਹੋਰ ਟਿੱਪਣੀ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਸਿਰਫ ਇਹ ਸਿਸਟਮ ਤੇ ਸਰਕਾਰ ਨੂੰ ਸਵਾਲ ਹੈ ਕਿ ਕੀ ਕੋਈ ਐਸੀ ਟੈਕਨੀਕ ਡਿਵੈਲਪ ਕੀਤੀ ਗਈ ਕਿ ਉਸ ਤੋਂ ਅਸੀਂ ਸਿੱਖਿਆ 1 ਸਾਲ ਬੀਤਣ ਤੋਂ ਬਾਅਦ ਕਿ ਆਮ ਵਿਅਕਤੀ ਨੇ ਜਾਂ ਓਪੋਜੀਸ਼ਨ ਨੇ, ਇੱਕ ਸ਼ਖਸ ਨੇ ਬੜੀ ਸੋਹਣੀ ਗੱਲ ਕੀਤੀ ਕਿ ਓਪੋਜੀਸ਼ਨ ਵੀ ਉਦੋਂ ਹੀ ਕੁਐਸਚਨ ਕਰ ਰਹੀ ਸੀ ਜਦੋਂ ਇਹ ਸਾਰੀ ਘਟਨਾ ਹੋ ਰਹੀ ਸੀ, ਉਸ ਤੋਂ ਬਾਅਦ ਕਿਸੇ ਨੇ ਦੁਬਾਰਾ ਇਹ ਪੁੱਛਿਆ ਤੱਕ ਨਹੀਂ ਗਾ ਕਿ ਕੀ ਇਹੋ ਜਿਹਾ ਕੋਈ ਸਿਸਟਮ ਟੈਕਨੀਕ ਡਿਵੈਲਪ ਕਰਨ ਵਾਸਤੇ ਕੋਈ ਰਿਸਰਚ ਜਾਂ ਜਿਹੜਾ 109 ਘੰਟੇ ਲੱਗੇ ਤਾਂ ਉਹਦੀ ਜਵਾਬਦੇਹੀ ਕੀ ਹੈ। ਅਗਲੇ ਕਾਲਰ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਹਾਂਜੀ ਮੇਰਾ ਨਾਮ ਹਰਮੀਤ ਸਿੰਘ ਹੈ ਜੀ। ਆਪਾਂ ਕਰਨ ਦਾ ਗੱਲ ਕਾਲ ਕੱਟੀ ਗਈ ਸੀ ਜੀ। ਹਰਮੀਤ ਜੀ ਤੁਸੀਂ ਗੱਲ ਰੱਖ ਸਕਦੇ ਹੋ ਆਪਣੀ। ਹਾਂਜੀ ਸਾਹਿਬ ਵੀ ਕਰ ਰਿਹਾ ਸੀ ਕਿ ਪ੍ਰਬੰਧ ਨਹੀਂ ਹੈਗੇ ਸਰਕਾਰ ਕੋਲ ਇੰਨੇ ਆਪਣੇ ਮੱਕੜ ਸਾਹਿਬ ਜੀ। ਔਰ ਤੁਹਾਡੇ ਜਰੀਏ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਆ, ਅੱਗੇ ਵੀ ਕਰਦੇ ਰਹੇ ਹਾਂ ਕਿ ਆਵਾਜ਼ ਕੀ ਕੋਈ ਨਾ ਕਿਤੇ ਨਾ ਕਿਤੇ ਸਾਡੀ ਸਰਕਾਰ ਸੁਣੇ ਔਰ ਇਹੋ ਜਿਹੇ ਕੋਈ ਆਪਣਾ ਪ੍ਰਸ਼ਾਸਨ ਨੂੰ ਕਦਮ ਚੁੱਕੇ ਕਿ ਅੱਗੇ ਇਹੋ ਜਿਹਾ ਹਾਦਸਾ ਪਹਿਲੀ ਗੱਲ ਹੋਵੇ ਹੀ ਨਾ, ਔਰ ਜੇਕਰ ਹੋਵੇ ਤਾਂ ਉਹਨਾਂ ਲਈ ਉਹਨਾਂ ਕੋਲ ਜ਼ਰੂਰ ਇਹੋ ਜਿਹੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਇਸ ਗੱਲ ਦਾ ਕਦੇ ਕੋਈ ਜਵਾਬ ਨਹੀਂ ਦਿੱਤਾ, ਕਿਸੇ ਨੇ ਸਵਾਲ ਵੀ ਨਹੀਂ ਕੀਤਾ ਦੁਬਾਰਾ ਕਿ ਇਹੀ ਗੱਲ ਆ ਨੇ ਜੀ। ਇਹ ਤਾਂ ਆਪਣੇ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਹੀ ਚਾਹੀਦਾ ਵਾ, ਕਿਉਂਕਿ ਸਾਡੇ ਸਿਰੋਂ ਆਪਾਂ ਵੋਟਾਂ ਪਾ ਕੇ ਉਹਨਾਂ ਨੂੰ ਬਣਾਉਨੇ ਆ ਔਰ ਬਾਅਦ ਚ ਆਪਣੀ ਸਾਰ ਨਹੀਂ ਲੈਂਦੇ, ਤਾਂ ਬਹੁਤ ਮਾੜੀ ਗੱਲ ਆ। ਬਿਲਕੁਲ। ਮੈਂ ਤਸਵੀਰਾਂ ਫਿਰ ਅਸੀਂ ਨਾਲ ਤੁਹਾਨੂੰ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਸੀਂ ਕਾਲ ਕੀਤੀ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ, ਬਹੁਤ ਸ਼ੁਕਰੀਆ, ਧੰਨਵਾਦ ਤੁਸੀਂ ਕੀਤੀ। ਔਰ ਤਸਵੀਰਾਂ ਵੀ ਦੁਬਾਰਾ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਿਸਟਮ ਦੇ ਵਿੱਚ ਜਿਹੜੀਆਂ ਉਣਤਾਈਆਂ ਨੇ ਉਹਨਾਂ ਨੂੰ ਚੈਲੰਜ ਕਰਦੇ ਰਹਿਣਾ ਚਾਹੀਦਾ, ਉਹਨਾਂ ਨੂੰ ਸਵਾਲ ਕਰਦੇ ਰਹਿਣਾ ਚਾਹੀਦਾ ਹੈ, ਜਵਾਬ ਮੰਗਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇੰਨੇ ਸਾਲਾਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਅਸੀਂ ਸਿਸਟਮ ਕੋਈ ਡਿਵੈਲਪ ਨਹੀਂ ਕਰ ਪਾਏ। ਤਾਂ ਇੱਕ ਘਟਨਾ ਜਿਹੜੀ ਹੁੰਦੀ ਹੈ, ਇੱਕ ਪਰਿਵਾਰ ਦਾ ਜੀ ਗਿਆ ਔਰ ਉਹਦੇ ਵਿੱਚੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਉਸ ਪਰਿਵਾਰ ਤੇ ਜਦੋਂ ਬੀਤ ਰਹੀ ਹੋਣੀ ਹੈ ਅੱਜ, ਤਾਂ ਕੀ ਅਸੀਂ ਕੋਈ ਹੋਰ ਐਸੀ ਘਟਨਾ ਨਾ ਵਾਪਰੇ ਉਹਦੇ ਤੋਂ ਕੋਈ ਸਬਕ ਲਿਆ ਕਿ ਨਹੀਂ ਲਿਆ, ਕੀ ਅਸੀਂ ਇਹਦੇ ਬਾਰੇ ਕੋਈ ਪਲੈਨਿੰਗ ਕੀਤੀ, ਕੋਈ ਸਾਡੇ ਜਿਹੜੇ ਬੁੱਧੀਜੀਵੀ ਨੇ, ਜਿਹੜੇ ਸਰਕਾਰ ਦੇ ਵਿੱਚ ਬੈਠਾ ਸਿਸਟਮ ਹੈ, ਕਿ ਉਹ ਸੋਚ ਰਿਹਾ ਕਿ ਅੱਗੇ ਤੋਂ ਕੀ ਕਰਨਾ ਹੈ। ਅਗਲੇ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਤੁਹਾਡਾ ਕੀ ਨਾਮ ਹੈ ਜੀ? ਆਵਾਜ਼ ਨਹੀਂ ਆ ਰਹੀ ਲੱਗਦਾ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ ਸਾਨੂੰ 9305 93056। 5 ਦਿਨ ਉਹ ਛੋਟਾ ਬੱਚਾ ਜਿਹੜਾ ਹੈ ਉਹ ਜੂਝਦਾ ਰਿਹਾ, ਉਹ ਲੜਾਈ ਲੜਦਾ ਰਿਹਾ, ਅਸੀਂ ਨਹੀਂ ਬਚਾ ਸਕੇ। ਕੁਐਸਚਨ ਹੈ ਕਿ ਕੀ ਅਸੀਂ ਉਹ ਤੋਂ ਕੋਈ ਸਬਕ ਲਿਆ ਕਿ ਨਹੀਂ ਲਿਆ, ਇਸ ਬਾਰੇ ਅਸੀਂ, ਮੈਂ ਚਾਹੁੰਦਾ ਕਿ ਦਰਸ਼ਕ ਇਸ ਬਾਰੇ ਗੱਲ ਕਰਨ। ਕੀ ਨਾਮ ਹੈ ਜੀ ਤੁਹਾਡਾ? ਬਲਵੀਰ ਸਿੰਘ ਬੋਲ ਰਿਹਾ ਜੀ ਮੈਂ। ਤੁਹਾਨੂੰ ਲੱਗਦਾ ਹੈ ਕਿ ਕੋਈ ਸਬਕ ਲਿਆ ਅਸੀਂ, ਕੋਈ ਕਿਸੇ ਨੇ ਕੁਐਸਚਨ ਕੀਤਾ, ਕੋਈ ਟੈਕਨੀਕ ਅਸੀਂ ਬਣਾ ਸਕੇ ਇਹੋ ਜੀ? ਤਕਨੀਕ ਤਾਂ ਜੀ ਕਾਹਦੀ ਆਉਣੀ ਆ, ਸਰਕਾਰਾਂ ਨੂੰ ਅਸੀਂ ਸਵਾਲ ਹੀ ਨਹੀਂ ਕਰ ਸਕਦੇ। ਸਾਡੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਸਰਕਾਰਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ। ਸਰਕਾਰਾਂ ਨੂੰ ਜ਼ਿੰਮੇਵਾਰੀ ਦਾ ਪਤਾ ਹੀ ਨਹੀਂ ਵੀ ਜ਼ਿੰਮੇਵਾਰੀ ਕੀ ਆ, ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਕੀ ਦਿੱਤੀ ਆ। ਠੀਕ ਹੈ ਜੀ। ਫਤਿਹਵੀਰ ਦਾ ਕਤਲ ਹੋਇਆ ਜੀ, ਠੀਕ ਹੈ ਜੀ।
ਸਰਕਾਰਾਂ ਦੇ ਜ਼ਿੰਮੇ ਆ, ਸਤਲ ਸਰਕਾਰਾਂ ਨੇ ਕੀਤਾ ਇਹਨਾਂ ਦਾ ਫਤਿਹਵੀਰ ਦਾ। ਠੀਕ ਹੈ ਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਅਸੀਂ ਸਵਾਲ ਕਰਨਾ ਭੁੱਲਦੇ ਜਾਂਦੇ ਆ, ਸਵਾਲ ਕੀਤਾ ਨਹੀਂ ਜਾਂਦਾ, ਸਵਾਲ ਕਰਨ ਦਿੱਤਾ ਨਹੀਂ ਜਾਂਦਾ। ਬਿਲਕੁਲ ਹੀ ਵੋਟ ਪਾ ਦਿੰਦੇ ਆ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਜ਼ਿੰਮੇਵਾਰੀ ਉਹਨੂੰ ਦੇਤੀ ਤੇ ਸਾਡਾ ਹੱਕ ਬਣਦਾ ਉਹਨਾਂ ਨੂੰ ਸਵਾਲ ਕਰੀਏ, ਤੁਹਾਡੀ ਜ਼ਿੰਮੇਵਾਰੀ ਕੀ ਆ, ਉਹਨੂੰ ਅਹਿਸਾਸ ਨਹੀਂ ਕਰਾਉਂਦੇ ਉਹਨਾਂ ਨੂੰ। ਬਿਲਕੁਲ ਠੀਕ ਕਹਿ ਰਹੇ ਹੋ। ਤੁਹਾਡਾ ਕਿੱਥੋਂ ਰਹੇ ਹੋ ਤੁਸੀਂ? ਅਸੀਂ ਜਗਰਾਉਂ ਏਰੀਆ ਜੀ, ਮੇਰਾ ਜਗਰਾਉਂ ਸ਼ਹਿਰ ਪੈਂਦਾ ਜੀ, ਸਾਡਾ ਛੋਟਾ ਜਿਹਾ ਪਿੰਡ ਬੱਸੂ ਵਾਲਾ। ਉੱਥੇ ਕੀ ਸ਼ੁਭ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਬਲਵੀਰ ਸਿੰਘ ਜੀ, ਬਹੁਤ ਸ਼ੁਕਰੀਆ ਤੁਸੀਂ ਫੋਨ ਕੀਤਾ, ਆਪਣੀ ਜਾਣਕਾਰੀ ਕੀਮਤੀ ਸਾਡੇ ਨਾਲ। ਸਰ ਪਤਾ ਕੀ ਗੱਲ ਹੈ ਜੀ, ਉਹ ਬੱਚੇ ਨੇ ਹਜੇ ਦੇਖੋ ਫੁੱਲ ਖਿਲਣਾ ਸੀਗਾ, ਖੁਸ਼ਬੂ ਫੜਾਉਣੀ, ਠੀਕ ਹੈ ਜੀ। ਤੇ ਇਹ ਲੋਕਾਂ ਨੇ, ਇਹ ਸਰਕਾਰਾਂ ਨੂੰ ਚੇਤਾ ਭੁੱਲ ਜਾਂਦਾ। ਆਮ ਲੋਕਾਂ ਨੂੰ ਪਤਾ ਵਾ ਵੀ ਫਤਿਹਵੀਰ ਮਰਿਆ ਵਾ ਵਿਚਾਰਾ, ਠੀਕ ਹੈ ਨਾ, ਇਸ ਦੁਨੀਆ ਤੋਂ ਗਿਆ। ਹਾਂਜੀ, ਬਹੁਤ ਧੰਨਵਾਦ। ਸੋ 9305 93055 ਦੇ ਉੱਤੇ ਡੇਲੀ ਪੋਸਟ ਤੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ, ਸ਼ਰਧਾਂਜਲੀ ਵੀ ਦੇ ਸਕਦੇ ਹੋ। ਪਰ ਵੱਡੀ ਗੱਲ ਹੈ ਕਿ ਸਾਨੂੰ ਚੈਲੰਜ ਕਰਨਾ ਚਾਹੀਦਾ ਹੈ ਕਿ ਆਖਰਕਾਰ ਕਰੋੜਾਂ ਰੁਪਇਆ ਅਸੀਂ ਟੈਕਸ ਵੀ ਪੇ ਕਰਦੇ ਹਾਂ, ਸਰਕਾਰਾਂ ਦੇ ਇੰਨੇ ਬਜਟ ਹੁੰਦੇ ਨੇ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਕੀ ਨਾਮ ਹੈ ਜੀ ਤੁਹਾਡਾ? ਹੈਲੋ, ਹਾਂਜੀ, ਰਵਨੀਤ ਸਿੰਘ ਹੈ ਜੀ ਮੇਰਾ ਨਾਮ। ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਡੀ ਆਵਾਜ਼ ਨਹੀਂ ਆ ਰਹੀ, ਅਸੀਂ ਆਵਾਜ਼ ਨਹੀਂ ਸੁਣ ਪਾ ਰਹੇ। ਕੀ ਕਹਿਣਾ ਚਾਹੁੰਦੇ ਹੋ ਜੀ? ਫਤਿਹਵੀਰ ਬਾਰੇ ਜਿਹੜਾ ਹੈਗਾ ਆ, ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ ਹੈ ਜੀ। ਨਾ ਜੀ, ਤੇ ਨਾ ਹੀ ਸਾਡਾ ਕੋਈ ਲੋਕ ਇੱਦਾਂ ਦੇ ਆ ਜਿਹੜੇ ਉਹਨਾਂ ਨੂੰ ਕੋਈ ਪ੍ਰਸ਼ਨ ਕਰਦੇ ਆ। ਬਿਲਕੁਲ ਠੀਕ ਹੈ ਜੀ। ਪੀਸੀਆਰ ਟੀਮ ਨੂੰ ਕਹੂੰਗਾ ਕਿ ਤਸਵੀਰਾਂ ਸ਼ਾਇਦ ਬੰਦ ਹੋ ਗਈਆਂ ਨੇ ਤਾਂ। ਜੀ ਬਹੁਤ ਧੰਨਵਾਦ, ਤੁਸੀਂ ਸਾਨੂੰ ਕਾਲ ਕੀਤੀ। ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਆਏ ਹਾਂ ਔਰ ਅਸੀਂ ਇਹ ਸਵਾਲ ਵੀ ਚੁੱਕਦੇ ਆਏ ਹਾਂ। ਫਿਲਹਾਲ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।